ਬੇਟਾ ਅੱਜ ਦਾ ਸਾਡਾ ਵਿਸ਼ਾ ਹੈ ਪੜ੍ਹਨਾਂਵ ਦੇ ਭੇਦ ਜਾਂ ਪ੍ਰਕਾਰ। ਤੇ ਬੇਟਾ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਵਿਦਿਆਰਥੀ ਸਿੱਖਣਯੋਗ ਹੋਣਗੇ। ਵਿਦਿਆਰਥੀ ਪੜ੍ਹਨਾਂਵ ਦੀ ਪਰਿਭਾਸ਼ਾ ਅਤੇ ਪੜ੍ਹਨਾਂਵ ਦੇ ਪ੍ਰਕਾਰ ਬਾਰੇ ਜਾਣਨਗੇ। ਵਿਦਿਆਰਥੀ ਪਾਠ ਵਿੱਚ ਆਏ ਪੜ੍ਹਨਾਂਵ ਸ਼ਬਦਾਂ ਦੀ ਪਹਿਚਾਣ ਕਰਕੇ ਉਸ ਦੇ ਭੇਦਾਂ ਨੂੰ ਦੱਸਦੇ ਹੋਏ, ਭੇਦ ਦੀ ਕਿਸਮ ਦੱਸਦੇ ਹੋਏ ਉਸ ਦੇ ਵਾਕ ਬਣਾਉਣ ਯੋਗ ਹੋਣਗੇ। ਅਧਿਆਪਕਾਂ ਦੁਆਰਾ ਦਿੱਤੀ ਗਈ ਵਰਕਸ਼ੀਟ ਕਰਨ ਦੇ ਯੋਗ ਹੋਣਗੇ। ਬੱਚਿਓ, ਪਹਿਲਾਂ ਵੀਡੀਓ ਵਿੱਚ ਤੁਸੀਂ ਪੜ੍ਹਨਾਂਵ ਬਾਰੇ ਜਾਣਿਆ ਸੀ ਤੇ ਅੱਜ ਅਸੀਂ ਪੜ੍ਹਨਾਂਵ ਦੇ ਭੇਦਾਂ ਬਾਰੇ ਜਾਣਾਂਗੇ। ਤਾਂ ਇਸ ਤੋਂ ਪਹਿਲਾਂ ਭੇਦ ਜਾਣਨ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਪੜ੍ਹਨਾਂਵ ਕੀ ਹੁੰਦੇ ਹਨ ਇਸ ਦੀ ਪਰਿਭਾਸ਼ਾ ਬਾਰੇ ਅਸੀਂ ਜਾਣ ਲੈਂਦੇ ਹਾਂ। ਪੜ੍ਹਨਾਂਵ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਹਨ, ਭਾਵ ਕਿ ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਪੜ੍ਹਨਾਂਵ ਆਖਦੇ ਹਾਂ। ਜਿਵੇਂ ਮੈਂ, ਅਸੀਂ, ਤੁਸੀਂ, ਉਹਨਾਂ, ਆਪ ਆਦਿ। ਤੇ ਆਓ ਬੱਚਿਓ ਅਸੀਂ ਹੁਣ ਪੜ੍ਹਨਾਂਵ ਦੇ ਭੇਦਾਂ ਬਾਰੇ ਜਾਣੀਏ। ਬੇਟਾ ਪੜ੍ਹਨਾਂਵ ਦੇ 6 ਭੇਦ ਹੁੰਦੇ ਹਨ। ਪੜ੍ਹਨਾਂਵ, ਪ੍ਰਸ਼ਨਵਾਚਕ ਪੜ੍ਹਨਾਂਵ, ਨਿਸ਼ਚੈਵਾਚਕ ਪੜ੍ਹਨਾਂਵ ਅਤੇ ਅਨਿਸ਼ਚੈਵਾਚਕ ਪੜ੍ਹਨਾਂਵ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਸਾਰਿਆਂ ਦੀ ਪਰਿਭਾਸ਼ਾ ਲੈਣੇ ਹਾਂ। ਸਭ ਤੋਂ ਪਹਿਲੇ ਪੁਰਸ਼ਵਾਚਕ ਜਾਂ ਪੁਰਖਵਾਚਕ ਪੜ੍ਹਨਾਂਵ। ਇਸ ਦੀ ਪਰਿਭਾਸ਼ਾ ਹੈ ਕਿ ਜਿਹੜੇ ਪੜ੍ਹਨਾਂਵ ਸ਼ਬਦ ਬੋਲਣ ਵਾਲਾ ਪੁਰਸ਼ ਆਪਣੇ ਲਈ, ਸੁਣਨ ਵਾਲੇ ਲਈ ਜਾਂ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਲਈ ਉਪਯੋਗ ਕਰਦਾ ਹੈ ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਆਖਦੇ ਹਨ। ਇਹਨਾਂ ਦੇ ਉਦਾਹਰਣ ਹਨ ਜਿਵੇਂ ਅਸੀਂ, ਤੁਸੀਂ, ਮੈਂ, ਉਹ ਆਦਿ। ਫਿਰ ਪੁਰਖਵਾਚਕ ਪੜ੍ਹਨਾਂਵ ਵੀ 3 ਪ੍ਰਕਾਰ ਦੇ ਹੁੰਦੇ ਹਨ। ਇਹਨਾਂ ਦੇ ਵੀ ਅੱਗੇ 3 ਭੇਦ ਹਨ ਕਿਉਂਕਿ ਬੋਲਣ ਵਾਲਾ, ਸੁਣਨ ਵਾਲਾ ਅਤੇ ਜਿਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਇਹ ਤਿੰਨਾਂ ਬਾਰੇ ਅਸੀਂ ਅਲੱਗ-ਅਲੱਗ ਸ਼ਬਦ ਇਸਤੇਮਾਲ ਕਰਦੇ ਹਾਂ। ਜਿਵੇਂ ਉੱਤਮ ਪੁਰਖ, ਸਭ ਤੋਂ ਪਹਿਲੇ ਜੋ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ। ਉਹ ਆਪਣਾ ਨਾਮ ਲੈਣ ਦੀ ਥਾਂ ਤੇ ਆਪਣੇ ਲਈ ਮੈਂ, ਅਸੀਂ, ਸਾਨੂੰ, ਸਾਡਾ, ਮੇਰੇ ਆਦਿ ਦੀ ਵਰਤੋਂ ਕਰਦਾ ਹੈ। ਇਹ ਸਾਰੇ ਉੱਤਮ ਪੁਰਖ ਵਾਚਕ ਪੜ੍ਹਨਾਂਵ ਹਨ। ਹੋਰ ਉਦਾਹਰਣ ਹੈ ਜਿਵੇਂ ਮੈਂ ਦੇਸ਼ ਭਗਤ ਹਾਂ। ਇਸ ਦੇ ਵਿੱਚ ਮੈਂ ਉੱਤਮ ਪੁਰਖ ਹੈ। ਫਿਰ ਮੱਧਮ ਪੁਰਖ, ਜਿਸ ਪੁਰਖ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ। ਇਹਦੇ ਉਦਾਹਰਣ ਹਨ ਜਿਵੇਂ ਤੂੰ, ਤੈਨੂੰ, ਤੇਰਾ, ਤੁਸੀਂ, ਤੁਹਾਨੂੰ, ਤੁਹਾਡਾ ਆਦਿ ਮੱਧਮ ਪੁਰਖ ਵਾਚਕ ਪੜ੍ਹਨਾਂਵ ਹਨ। ਹੋਰ ਉਦਾਹਰਣ ਅਸੀਂ ਲਈਏ ਜਿਵੇਂ ਵਾਕ ਵਿੱਚ ਤੂੰ ਅੱਜ ਕਿੱਥੇ ਗਿਆ ਸੀ। ਇਹ ਮੱਧਮ ਪੁਰਖ ਵਾਚਕ ਪੜ੍ਹਨਾਂਵ ਹੈ। ਇਹਦੇ ਵਿੱਚ ਤੂੰ। ਫਿਰ ਅਨ ਪੁਰਖ, ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ। ਇਸ ਦੇ ਉਦਾਹਰਣ ਹਨ ਜਿਵੇਂ ਉਹ, ਉਹਨਾਂ, ਉਹਦਾ, ਉਹਦੀ, ਉਹਨਾਂ, ਇਹ, ਇਹਨਾਂ, ਇਹਦਾ, ਇਹਦੀ ਆਦਿ। ਜਿਵੇਂ ਉਹਨਾਂ ਕੋਲ ਮਾਰੂਤੀ ਗੱਡੀ ਹੈ। ਇਹਦੇ ਵਿੱਚ ਉਹਨਾਂ ਅਨ ਪੁਰਖ ਵਾਚਕ ਪੜ੍ਹਨਾਂਵ ਹੈ। ਫਿਰ ਦੂਜਾ ਪੜ੍ਹਨਾਂਵ ਹੈ ਨਿਜਵਾਚਕ ਪੜ੍ਹਨਾਂਵ। ਇਹਦੀ ਪਰਿਭਾਸ਼ਾ ਹੈ ਕਿ ਉਹ ਪੜ੍ਹਨਾਂਵ ਜੋ ਨਾਂਵ ਦੇ ਨਾਲ ਆ ਕੇ ਉਸ ਨਾਂਵ ਦੀ ਨਿਜਤਾ ਨੂੰ ਪ੍ਰਗਟਾਉਂਦਾ ਹੈ ਉਸ ਨੂੰ ਨਿਜਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਨਿਜਤਾ ਨੂੰ ਕਿਵੇਂ ਪ੍ਰਗਟਾਇਆ ਜਾਂਦਾ ਹੈ, ਜਿਵੇਂ ਆਪ, ਖੁਦ, ਆਪਣੇ ਆਪ, ਆਪਸ ਆਦਿ। ਜਿਵੇਂ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਹੈ ਤਾਂ ਇਹਦੇ ਵਿੱਚ ਆਪਸ ਨਿਜਵਾਚਕ ਪੜ੍ਹਨਾਂਵ ਹੋਏਗਾ। ਹੋਰ ਉਦਾਹਰਣ ਲੈ ਲੈਂਦੇ ਹਾਂ ਜਿਵੇਂ ਰਾਧਾ ਆਪਣੇ ਆਪ ਗੱਡੀ ਚਲਾ ਕੇ ਚਲੀ ਗਈ। ਇਸ ਵਿੱਚ ਆਪਣੇ ਆਪ ਨਿਜਵਾਚਕ ਪੜ੍ਹਨਾਂਵ ਹੈ। ਰੋਹਿਤ ਆਪ ਤੁਹਾਨੂੰ ਫੋਨ ਕਰੇਗਾ। ਇਸ ਦੇ ਵਿੱਚ ਆਪ ਨਿਜਵਾਚਕ ਪੜ੍ਹਨਾਂਵ ਹੈ। ਫਿਰ ਸੰਬੰਧਵਾਚਕ ਪੜ੍ਹਨਾਂਵ। ਇਸ ਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ ਅਤੇ ਉਸ ਦੇ ਨਾਲ ਹੀ ਵਾਕਾਂ ਦਾ ਸੰਬੰਧ ਵੀ ਜੋੜਦੇ ਹਨ ਉਹਨਾਂ ਨੂੰ ਸੰਬੰਧਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਯਾਨੀ ਕਿ ਨਾਂਵ ਦੀ ਥਾਂ ਤੇ ਤਾਂ ਆਉਂਦੇ ਹਨ ਅਤੇ ਵਾਕ ਦਾ ਸੰਬੰਧ ਵੀ ਜੋੜਦੇ ਹਨ। ਜਿਵੇਂ ਜੋ ਕਰੇਗਾ ਸੋ ਭਰੇਗਾ। ਜਿਹੜਾ ਮੁੰਡਾ ਕੱਲ ਆਇਆ ਸੀ ਉਹ ਪ੍ਰਥਮ ਆਇਆ ਹੈ।
ਮੇਰਾ ਇੱਕ ਜਮਾਤੀ ਹੈ ਜੋ ਹਮੇਸ਼ਾ ਮੇਰੇ ਨਾਲ ਹੀ ਰਹਿੰਦਾ ਹੈ। ਇਹਦੇ ਵਿੱਚ ਜੋ, ਸੋ, ਜਿਹੜਾ, ਉਹ, ਮੇਰਾ, ਜੋ, ਇਹ ਸਾਰੇ ਸੰਬੰਧਵਾਚਕ ਪੜ੍ਹਨਾਂਵ ਹਨ। ਹੁਣ ਅਸੀਂ ਪ੍ਰਸ਼ਨਵਾਚਕ ਪੜ੍ਹਨਾਂਵ ਪੜ੍ਹਨੇ ਹਾਂ। ਜਿਹੜੇ ਸ਼ਬਦ ਨਾਂਵ ਦੀ ਥਾਂ ਤੇ ਵੀ ਆਣ ਅਤੇ ਨਾਲ ਹੀ ਪ੍ਰਸ਼ਨ ਲਈ ਵੀ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਯਾਨੀ ਕਿ ਇਹ ਇਹੋ ਜਿਹੇ ਪੜ੍ਹਨਾਂਵ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਪ੍ਰਸ਼ਨ ਕਰਨੇ ਹਾਂ। ਇਹਨਾਂ ਦਾ ਉਦਾਹਰਨ ਵੇਖਨੇ ਹਾਂ, ਜਿਵੇਂ ਕੌਣ, ਕਿਸ, ਕਿਹੜਾ, ਕਿਹਨੇ, ਕੀ, ਕਿਹਨੂੰ ਆਦਿ। ਇਹ ਪੜ੍ਹਨਾਂਵ ਹਨ ਜੋ ਕਿ ਪ੍ਰਸ਼ਨ ਲਈ ਇਸਤੇਮਾਲ ਹੋ ਰਹੇ ਹਨ। ਉਦਾਹਰਨ ਜਿਵੇਂ ਕੌਣ ਹੈ ਬਾਹਰ, ਇਹਦੇ ਵਿੱਚ ਕੌਣ ਪ੍ਰਸ਼ਨਵਾਚਕ ਪੜ੍ਹਨਾਂਵ ਹੈ। ਕਿਹੜਾ ਰੌਲਾ ਪਾ ਰਿਹਾ ਹੈ, ਇਹਦੇ ਵਿੱਚ ਕਿਹੜਾ ਨਾਂਵ ਦੀ ਥਾਂ ਤੇ ਵੀ ਆਇਆ ਹੈ ਅਤੇ ਵਾਕ ਨੂੰ ਪ੍ਰਸ਼ਨਵਾਚਕ ਵੀ ਬਣਾ ਰਿਹਾ ਹੈ ਤੇ ਇਹ ਪ੍ਰਸ਼ਨਵਾਚਕ ਪੜ੍ਹਨਾਂਵ ਹੋਇਆ। ਹੁਣ ਅਸੀਂ ਪੜ੍ਹਨੇ ਹਾਂ ਨਿਸ਼ਚੈਵਾਚਕ ਪੜ੍ਹਨਾਂਵ। ਜਿਹੜੇ ਪੜ੍ਹਨਾਂਵ ਕਿਸੇ ਦਿਸ ਰਹੇ ਵਿਅਕਤੀ, ਵਸਤੂ ਜਾਂ ਜੀਵ ਜਾਂ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤ ਕਰਨ ਉਹਨਾਂ ਨੂੰ ਨਿਸ਼ਚੈਵਾਚਕ ਪੜ੍ਹਨਾਂਵ ਆਖਦੇ ਹਨ। ਯਾਨੀ ਕਿ ਕੋਈ ਚੀਜ਼ ਨਿਸ਼ਚੈ ਸਾਡੇ ਸਾਹਮਣੇ ਪਈ ਹੈ, ਜਿਵੇਂ ਇਹ, ਉਹ, ਆਹ ਆਦਿ। ਨਿਸ਼ਚੈਵਾਚਕ ਪੜ੍ਹਨਾਂਵ ਹੋਇਆ। ਹੋਰ ਉਦਾਹਰਨ ਲੈਣੇ ਹਾਂ, ਜਿਵੇਂ ਇਹ ਪੈਨ ਮੇਰਾ ਹੈ, ਉਹ ਕਿਤਾਬ ਮੇਰੀ ਹੈ। ਇਹ ਦਿਸ ਰਹੇ ਹਨ ਸਾਨੂੰ ਤੇ ਇਹਨਾਂ ਲਈ ਅਸੀਂ ਜੋ ਪੜ੍ਹਨਾਂਵ ਇਹ ਤੇ ਉਹ ਇਸਤੇਮਾਲ ਕੀਤੇ ਹਨ, ਇਹ ਨਿਸ਼ਚੈਵਾਚਕ ਹਨ। ਫਿਰ ਅਨਿਸ਼ਚੈਵਾਚਕ ਪੜ੍ਹਨਾਂਵ, ਇਹ ਉਹ ਪੜ੍ਹਨਾਂਵ ਹਨ ਜਿਹੜੇ ਕਿਸੇ ਵਿਅਕਤੀ, ਵਸਤੂ ਜਾਂ ਜੀਵ ਦਾ ਨਿਸ਼ਚਿਤ ਗਿਆਨ ਨਹੀਂ ਦਿੰਦੇ, ਉਹਨਾਂ ਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਅਨਿਸ਼ਚੈਵਾਚਕ ਕਿਵੇਂ ਹਨ? ਕਿਉਂਕਿ ਇਹਨਾਂ ਤੋਂ ਕਿਸੇ ਨਿਸ਼ਚਿਤ ਵਿਅਕਤੀ ਜਾਂ ਵਸਤੂ ਬਾਰੇ ਗਿਆਨ ਨਹੀਂ ਹੁੰਦਾ, ਜਿਵੇਂ ਕੋਈ, ਕੁਝ, ਕਈ, ਹੋਰ, ਅਨੇਕ, ਵਿਰਲਾ, ਬਹੁਤੇ, ਸਭ ਆਦਿ। ਕੋਈ ਕੁਝ ਬੋਲ ਰਿਹਾ ਹੈ, ਕੌਣ ਬੋਲ ਰਿਹਾ ਹੈ ਸਾਨੂੰ ਨਹੀਂ ਪਤਾ, ਤਾਂ ਇਹ ਅਨਿਸ਼ਚੈਵਾਚਕ ਹੋਇਆ। ਗਰੀਬ ਤੇ ਵਿਰਲਾ ਹੀ ਤਰਸ ਕਰਦਾ ਹੈ। ਹੁਣ ਵਿਰਲਾ ਇੱਕ ਅਨਿਸ਼ਚੈਵਾਚਕ ਪੜ੍ਹਨਾਂਵ ਹੈ। ਸਭ ਲੋਕ ਚੰਗੇ ਨਹੀਂ ਹੁੰਦੇ, ਸਭ ਵਾਚਕ ਪੜ੍ਹਨਾਂਵ ਹੈ। ਸਭ ਲੋਕ ਚੰਗੇ ਨਹੀਂ ਹੁੰਦੇ, ਸਭ ਕਿਸੇ ਇੱਕ ਵੱਲ ਇਸ਼ਾਰਾ ਨਹੀਂ ਕੀਤਾ ਜਾ ਰਿਹਾ, ਤਾਂ ਇਹ ਅਨਿਸ਼ਚੈਵਾਚਕ ਪੜ੍ਹਨਾਂਵ ਹੈ। ਬੇਟਾ, ਮੈਨੂੰ ਹੁਣ ਉਮੀਦ ਹੈ ਕਿ ਤੁਹਾਨੂੰ ਪੜ੍ਹਨਾਂਵ ਦੀ ਪਰਿਭਾਸ਼ਾ ਅਤੇ ਉਸ ਦੇ ਭੇਦ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਤੇ ਹੁਣ ਮੈਂ ਤੁਹਾਨੂੰ ਵਰਕਸ਼ੀਟ ਦੇ ਰਹੀ ਹਾਂ। ਤੁਸੀਂ ਦਿੱਤੇ ਗਏ ਸ਼ਬਦਾਂ ਦੇ ਵਿੱਚੋਂ ਪੜ੍ਹਨਾਂਵ ਵੱਖਰੇ ਕਰਕੇ ਆਪਣੀ ਸੁੰਦਰ ਲਿਖਾਈ ਵਿੱਚ ਲਿਖੋਗੇ ਤੇ ਦੂਸਰੀ ਵਰਕਸ਼ੀਟ ਵਿੱਚ ਦਿੱਤੇ ਗਏ ਪੈਰੇ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹੋ ਅਤੇ ਉਸ ਵਿੱਚੋਂ ਪੜ੍ਹਨਾਂਵ ਚੁਣ ਕੇ ਲਿਖੋ ਅਤੇ ਉਸ ਦੀ ਕਿਸਮ ਦੱਸਦੇ ਹੋਏ ਉਸ ਦੇ ਵਾਕ ਵੀ ਬਣਾਓ। ਸਫਲਤਾ ਦੀ ਪਰਖ, 3 ਅੰਕ ਵਿਸ਼ੇ ਦੀ ਜਾਣਕਾਰੀ, 3 ਅੰਕ ਵਾਕ ਬਣਾਓ, 2 ਅੰਕ ਸਹੀ ਗਿਆਨ, 2 ਅੰਕ ਭਾਸ਼ਾ ਦੀ ਸ਼ੁੱਧਤਾ। ਤੇ ਬੇਟਾ ਇੱਕ ਤੁਹਾਨੂੰ ਮੈਂ ਰਚਨਾਤਮਕ ਗਤੀਵਿਧੀ ਦੇ ਰਹੀ ਹਾਂ, ਐਕਟੀਵਿਟੀ। ਤੁਸੀਂ ਦਿੱਤੇ ਗਏ ਚਿੱਤਰ ਵਿੱਚ ਆਪਣੀ ਮਨਪਸੰਦ ਦੇ ਰੰਗ ਭਰੋ ਅਤੇ ਉਸ ਬਾਰੇ 5 ਵਾਕ ਲਿਖੋ ਤੇ ਉਹਨਾਂ ਵਾਕਾਂ ਵਿੱਚ ਆਉਣ ਵਾਲੇ ਪੜ੍ਹਨਾਂਵ ਉੱਤੇ ਗੋਲਾ ਲਗਾਓ। ਤੇ ਸਫਲਤਾ ਦੀ ਪਰਖ, ਕੁੱਲ ਅੰਕ 10, 3 ਅੰਕ ਵਿਸ਼ੇ ਦੀ ਜਾਣਕਾਰੀ, 3 ਅੰਕ ਕਲਾਕਾਰੀ, 2 ਅੰਕ ਸਹੀ ਗਿਆਨ, 2 ਅੰਕ ਆਤਮ ਵਿਸ਼ਵਾਸ।